कोई भेड़ होवे, किसी पासे लोगों का बहा हो जाए, मेरे वर्गे नकम्मे बंदे भी एमएलए बन जाते हैं। भेड़ के विच एमएलए बनना बहुत सौखा है, पर एमएलए बन के एक पंजाब बदलना, हिंदुस्तान बदलना, लीडर बनना, ये किसी किसी दिन से नहीं होता है। उन्होंने जो है परमिंदर सिंह जी ढींडसा, सो मैं अपने बोलने तो पहला उन्होंने सरकार आप दो चार जयकारे लाने ने, उन्होंने तो बाद उन्होंने संबोधन करना है। श्रोमणी अकाली दल संयोग, श्रोमणी अकाली दल संयोग, सरदार परमिंदर सिंह जी ढींडसा, सरदार परमिंदर सिंह जी ढींडसा, सरदार सुखदेव सिंह जी ढींडसा, बोले बहुत ही सत्कारयोग साबका वित्त मंत्री पंजाब सरदार परमिंदर सिंह जी ढींडसा साहब के माइक ते आउण तुहानूं संबोधन कर। बहुत ही सत्कारयोग हाजिर समूचे मानसा हल्के आए मेरे बुजुर्ग नौजवान साथी, मेरिया माता बैठे मेरे बहुत सत्कारयोग श्रोमणी अकाली दल संसद श्रेष्ठ प्रधान सरदार सुखविंदर सिंह ढींडसा साहब, पप्पीआणा साहब, साडे सारे जिले के आगू साहबान, साडे सर्कलों के प्रधान, यूथ विंग के जिले के दोनों साडे प्रधान, क्योंकि नाम लेने का बड़ा समझ है, सारे कुछ सत्कारयोग मनप्रीत सिंह जी ते बीबा महकमत कौर, ये सारी जिले के जथे। सब तो पहला मैं सारे हाथ जोड़ के फतेह अर्ज करना, बुलाओ फतेह, वाहिगुरू जी का खालसा, वाहिगुरू जी की फतेह। तुहाडा सारिਆਂ ਦਾ बहुत बहुत धन्यवाद जो तुसी अपने बहुत कीमती समय तो समा कढ़ के आए। मैनू पता है काम का पूरा जोड़ है, बजाई चल रही है, जिमें औरत साहब ने कहा DAP भी बड़ी थोड़ा है, तो सवेर तो लैके मैं देखता इन्ना किसान को औखा होना पै रहा, सवेर तो शाम तक DAP वास्ते लाइन में बैठे है। बड़ी मंदभागी भी गल है, पर तुसी सारे इसके बावजूद अपने समय को समा कढ़ के आए हो, थोड़ा सारे का तहे दिलों धन्यवाद। ये थोड़ा प्यार के सत्कार है जिहड़ा सानू हौसला ते सानू ताकत दिंदा है, क्योंकि श्रोमणी अकाली दल संयुक्त थोड़ियां भावनावां नूं मुख रख के बनाए गए। श्रोमणी अकाली दल बादल ਉਹਦੇ ਵਿੱਚ ਕੀਤੀਆਂ ਗਈਆਂ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਖਾਸ ਤੌਰ ਤੇ ਜੋ ਪੰਥ ਵਿਰੋਧੀ ਫੈਸਲੇ ਲਏ ਗਏ, ਜੋ ਸਿਧਾਂਤਾਂ ਦੇ ਉਲਟ ਕੰਮ ਕੀਤੇ ਗਏ, ਉਸ ਤੋਂ ਦੁਖੀ ਹੋ ਕੇ ਇਹ ਜਿਹੜਾ ਵੱਖਰੀ ਪਾਰਟੀ ਸਥਾਪਿਤ ਕੀਤੀ ਗਈ ਹੈ। ਤੇ ਸਾਡਾ ਨਿਸ਼ਾਨਾ ਵੀ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਅਸੀਂ ਪੰਜਾਬ ਤੇ ਕੌਮ ਦੇ ਭਲੇ ਦੇ ਅੱਗੇ ਤੁਰੀਏ। श्रोमणी अकाली दल की अज भी उन्नी लोड़ है जिन्नी जब श्रोमणी अकाली दल स्थापित होया सी, पर अकाली दल वो नहीं जिहड़ा अकाली दल का नाम लैके फिरदा या अकाली दल का निशान लैके फिरदा। अकाली दल वो है जिहड़ा सिद्धांतां ते खड़ा है, जिहड़ा सिद्धांतां ते पहरा दे।
ਜਿਹੜਾ ਲੋਕ ਸੇਵਾ ਮੰਤਰੀ ਚੱਲੇ, ਮੈਂ ਹੈਰਾਨ ਹੋਣਾ। ਕਾਹਦੀ ਤੁਸੀਂ ਵੀ ਸ਼ਾਇਦ ਸੁਣਿਆ ਹੋਵੇ, CII ਹੁੰਦੀ ਹੈ ਜਿਹੜੀ ਇੰਡਸਟਰੀ ਦੀ ਸਭ ਤੋਂ ਵੱਡੀ ਇਕੱਠੀ ਸੰਸਥਾ ਜਿਹੜੀਆਂ ਬਣੀਆਂ ਨੇ ਅੱਡ, ਇੱਕ ਸਾਰੀ ਇੰਡਸਟਰੀ ਦੀ ਸੰਸਥਾ ਬਣੀ ਹੈ CII। ਉੱਥੇ ਸੁਖਬੀਰ ਸਿੰਘ ਬਾਦਲ ਦਾ ਪ੍ਰੋਗਰਾਮ ਸੀ, ਬੋਲਦੇ ਹੋਏ ਉਹਨਾਂ ਨੇ ਕਿਹਾ, ਕਹਿੰਦੇ ਸੂਬਾ ਚਲਾਉਣਾ ਵੀ ਕਿ ਕੰਪਨੀ ਚਲਾਉਣ ਦੇ ਬਰਾਬਰ ਹੈ। ਤੇ ਜਿਵੇਂ ਮੁੱਖ ਮੰਤਰੀ ਦਾ ਕੰਮ ਵੀ ਜੋ CEO ਦਾ ਕੰਮ ਹੈ ਕੰਪਨੀ ਦਾ, ਉਹੀ ਕੰਮ ਮੁੱਖ ਮੰਤਰੀ ਦਾ ਹੈ। ਮੈਂ ਆਪਣੀ ਸਿਆਸਤ ਬਾਰੇ ਮਗਿਆ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਸੋਚ ਨਹੀਂ ਬਦਲੀ। ਕੰਪਨੀਆਂ ਦਾ ਕੰਮ ਹੁੰਦਾ ਹੈ ਸ਼ੇਅਰ ਵੇਚਣੇ ਤੇ ਮੁਨਾਫਾ ਕਮਾ ਕੇ ਦੇਣਾ, ਸਰਕਾਰਾਂ ਦਾ ਕੰਮ ਹੁੰਦਾ ਸੇਵਾ ਕਰਨਾ। ਤੇ ਅੱਜ ਵੀ ਉਹ ਸੋਚਦੇ ਨੇ ਵੀ ਸਰਕਾਰਾਂ ਦਾ ਕੰਮ ਮੁਨਾਫਾ ਕਮਾਉਣਾ ਹੈ, ਤਾਂ ਉਹ ਜੋ ਕੁਝ ਪਹਿਲਾਂ ਉਹਨਾਂ ਨੇ ਕਿਹਾ ਕਿ ਉਹੀ ਅੱਛਾ ਸੋਚ ਕੇ ਬੈਠੇ ਨੇ। ਮੈਂ ਤਾਂ ਹੈਰਾਨ ਹੁੰਦਾ, ਅੱਜ ਵੀ ਸੂਬੇ ਨੂੰ ਇੱਕ ਕੰਪਨੀ ਸਮਝਦੇ ਆ, ਲੋਕਾਂ ਨੂੰ ਆਪਦੇ ਮੁਲਾਜ਼ਮ ਸਮਝਦੇ ਆ। ਇਹ ਸੋਚ ਕਦੇ ਸੂਬੇ ਨੂੰ ਅੱਗੇ ਨਹੀਂ ਜਾ ਸਕਦੀ। ਇਹੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਹੈ। 5 ਸਾਲ ਕਿਸੇ ਨੂੰ ਮਿਲਿਆ ਨਹੀਂ, ਕਿਤੇ ਆਇਆ ਨਹੀਂ, ਗਿਆ ਨਹੀਂ, ਤੇ ਦੇਸ਼ ਦੇ ਸੂਬੇ ਤੇ ਰਾਜ ਕਰਕੇ ਕਦੇ ਕਿਸੇ ਦੇ ਭਲੇ ਦੀ ਗੱਲ ਨਹੀਂ ਕੀਤੀ। ਸੋ ਬੜੇ ਦੁੱਖ ਹੁੰਦਾ ਜਦ ਦੇਖਦੇ ਹਾਂ ਕਿ ਇਹ ਜੋ ਪੰਜਾਬ ਦੇ ਵਿੱਚ ਅੱਜ ਨਿਰਾਸ਼ਤਾ ਹੈ, ਇਹ ਕੋਈ ਲੋਕਾਂ ਦੀ ਆਪਦੇ ਹਾਲਾਤਾਂ ਪ੍ਰਤੀ ਨਿਰਾਸ਼ਤਾ ਨਹੀਂ ਹੈ, ਲੋਕਾਂ ਦੀ ਨਿਰਾਸ਼ਤਾ ਹੈ ਲੀਡਰਸ਼ਿਪ ਦਾ। ਕਿਉਂਕਿ ਲੋਕਾਂ ਨੂੰ ਦੇਖ ਕੁਛ ਨਹੀਂ ਰਿਹਾ। ਲੋਕ ਜਦ ਦੇਖਦੇ ਆਲੇ ਦੁਆਲੇ ਲੀਡਰਸ਼ਿਪ ਤੇ ਵਿਸ਼ਵਾਸ ਖਤਮ ਹੋ ਗਿਆ। ਚਾਹੇ ਅਸੀਂ ਵੀ ਉਹਦੇ ਵਿੱਚ, ਮੈਨੂੰ ਨਹੀਂ ਲੱਗਦਾ ਅੱਜ ਲੀਡਰ ਦਾ ਇਹ ਹਾਲ ਹੋ ਗਿਆ। ਕਦੇ ਲੀਡਰ ਹੁੰਦੇ ਸੀ ਜਿਨ੍ਹਾਂ ਦੇ ਵੱਡੇ ਬਹੁਤ ਉੱਚੇ ਕਰਤਾਰ ਹੁੰਦੇ ਸੀ, ਲੋਕ ਆਪ ਸਰਕਾਰ ਵਿੱਚ ਉਹਨਾਂ ਨੂੰ ਦੇਖ ਕੇ ਖੜੇ ਹੁੰਦੇ ਸੀ, ਫਲਾਣਾ ਆ ਗਿਆ। ਹੁਣ ਲੋਕ ਲੀਡਰ ਨੂੰ ਦੇਖ ਕੇ ਨਹੀਂ ਪਰਲੇ ਪਾਸੇ ਕਰ ਦਿੰਦੇ ਨੇ। ਕਿਉਂ? ਅਸੀਂ ਆਪਦਾ ਕਿਰਦਾਰ, ਆਪਣੀ ਸੋਚ ਇੰਨੀ ਨੀਵੀਂ ਲੈ ਗਏ ਕਿ ਲੋਕ ਸੇਵਾ ਜਿਹੜੀ ਹੈ ਉਹਦੀ ਭਾਵਨਾ ਖਤਮ ਹੋ ਗਈ। ਚਾਹੇ ਕਿਸੇ ਵੀ ਪਾਰਟੀ ਦੀ ਲੋੜ ਹੈ ਚੰਗੇ ਲੋਕਾਂ ਨੂੰ ਅੱਗੇ ਆਉਣ। ਅੱਜ ਲੋਕ ਚੰਗੀ ਸ਼ਖਸੀਅਤਾਂ ਨੂੰ ਅੱਗੇ ਆਉਣ। ਜਿਹੜੀ ਪਾਰਟੀ ਚੰਗੇ ਲੋਕਾਂ ਨੂੰ ਲੈ ਕੇ ਚੱਲੇਗੀ, ਚੰਗੀ ਸੋਚ ਲੈ ਕੇ ਚੱਲੇਗੀ, ਉਹੀ ਅੱਗੇ ਵਧੇਗੀ। ਅੱਜ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਹੈ, ਕੋਈ ਰਾਤੋਂ ਰਾਤ ਕੋਈ ਕਿਲਾ ਖੜਾ ਨਹੀਂ ਹੁੰਦਾ, ਸਮਾਂ ਲੱਗਦਾ ਹੈ। ਪਰ ਮੈਂ ਸਮਝਦਾ ਜੇ ਉਸ ਕਿਲੇ ਦੀ ਨਿਉ ਮਜ਼ਬੂਤ ਹੋਵੇ ਤਾਂ ਫਿਰ ਉਹ ਸਦੀਆਂ ਬੱਧੀ ਖੜਾ ਰਹਿੰਦਾ। ਤਾਂ ਆਪਾਂ ਇਹ ਸੋਚ ਕੇ ਚੱਲਣਾ ਕਿ ਅਸੀਂ ਆਪਣੀ ਪਾਰਟੀ ਦੀ ਨਿਉ ਮਜ਼ਬੂਤ ਕਰਨੀ ਹੈ। ਅਸੀਂ ਸੱਚ ਤੇ ਪਹਿਰਾ ਲਈਏ, ਅਸੀਂ ਸਿਧਾਂਤਾਂ ਦੇ ਪਹਿਰਾ ਲਈਏ, ਤੇ ਫਿਰ ਹੌਲੀ ਹੌਲੀ ਜਿਹੜੀ ਹੈ ਪਾਰਟੀ ਮਜ਼ਬੂਤ ਹੋਏਗੀ। ਲੋਕਾਂ ਦਾ ਵਿਸ਼ਵਾਸ ਜਿੱਤਣਾ ਮੈਂ ਸਮਝਦਾ ਕਿ ਸੌਖੀ ਗੱਲ ਨਹੀਂ, ਕਿਉਂਕਿ ਲੋਕਾਂ ਦੇ ਵਿੱਚ ਐਸਾ ਲੋਕ ਸਾਰਾ ਕੁਝ ਦੇਖ ਕੇ ਦੁਖੀ ਹੋ ਚੁੱਕੇ ਨੇ, ਅੱਕ ਚੁੱਕੇ ਨੇ ਕਿ ਉਹਨਾਂ ਨੂੰ ਕਿਸੇ ਤੇ ਵਿਸ਼ਵਾਸ ਕਰਨ ਦਾ ਵੀ ਮਨ ਨਹੀਂ ਹੈ ਲੋਕਾਂ ਦਾ। ਤਾਂ ਮੈਂ ਇਹ ਬੇਨਤੀ ਕਰਦਾ ਕਿ ਆਪਣੀ ਪਾਰਟੀ, ਤੁਸੀਂ ਹੁਣ ਮੈਂ ਮਾਣ ਨਾਲ ਕਹਿ ਸਕਦਾ ਸਰਦਾਰ ਇਹਨਾਂ ਦੇ ਮੂੰਹ ਤੇ ਤਾਰੀਫ ਨਹੀਂ ਕਰਦਾ, ਪਰ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਦੇ ਉੱਪਰ ਨਹੀਂ ਚੱਕ ਸਕਦਾ। MLA ਰਹੇ, ਕੋਈ ਇਹਨਾਂ ਦੇ ਦੋਸ਼ ਨਹੀਂ, ਗੁਰਸਿੱਖੀ ਨਾਲ ਜੁੜੇ ਹੋਏ ਨੇ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਹੈ, ਤੇ ਲੋਕ ਸੇਵਾ ਨੂੰ ਕਰਨਾਏ ਹੋਏ ਨੇ। ਸੋ ਇਸ ਲਈ ਅੱਜ ਲੋੜ ਹੈ ਕਿ ਪੰਜਾਬ ਨੂੰ ਅਸੀਂ ਅੱਗੇ ਲੈ ਕੇ ਜਾਣਾ। ਨਹੀਂ ਪਾਰਟੀਆਂ ਦਾ ਉਹੀ ਬਾਰੇ ਕੋਈ ਕਿਸੇ ਨੂੰ ਪਾਰਟੀ ਨੂੰ ਛੱਡ ਕੇ ਕਿਸੇ ਚਲੇ ਜਾਂਦਾ, ਕੋਈ ਪਾਰਟੀ ਕਿਸੇ ਨੂੰ ਛੱਡ ਕੇ ਉਹੀ ਪਹਿਲਾਂ ਕਾਂਗਰਸ ਵੱਲੋਂ ਉੱਥੋਂ ਹੀ ਲੜਦੇ ਨੇ, ਉੱਥੋਂ ਹੀ ਅਕਾਲੀ ਦਲ ਤੋਂ ਲੜਦੇ ਨੇ। ਸਿਧਾਂਤ ਕਿਹੜੇ ਰਹਿ ਗਏ? ਤੁਸੀਂ ਆਪ ਦੇਖ ਲਓ, ਸਿਧਾਂਤਾਂ ਦੀ ਗੱਲ ਤਾਂ ਖਤਮ ਹੋਈ ਪਈ ਹੈ। ਉਹੀ ਕਾਂਗਰਸ ਦੇ ਅੱਜ ਜਿਹੜੇ ਕਾਂਗਰਸ ਦੇ MLA ਹੁੰਦੇ ਸੀ, ਅੱਜ ਅਕਾਲੀ ਦਲ ਦੇ MLA, ਜਿਹੜੇ ਅਕਾਲੀ ਦਲ ਹੁੰਦੇ ਸੀ ਕਾਂਗਰਸ ਦੇ MLA। ਪਰ ਸਿਧਾਂਤ ਤੇ ਚੰਗਾ ਬੰਦਾ ਮੈਂ ਸਮਝਦਾ ਅੱਜ ਉਹਦੀ ਪਛਾਣ ਦੇ ਲੋਕ ਕਰਨਗੇ ਤਾਂ ਪੰਜਾਬ ਅੱਗੇ ਵੱਧ ਸਕਦਾ। ਪਾਰਟੀਆਂ ਬਹੁਤੀਆਂ ਤਾਂ ਚੱਲਦੀਆਂ ਦਿੱਲੀ ਤੋਂ ਨੇ, ਪੂਰੇ ਵਾਲੀ ਲੀਡਰਸ਼ਿਪ ਨੂੰ ਉਹਨਾਂ ਕੋਲ ਅਧਿਕਾਰ ਹੀ ਕੋਈ ਨਹੀਂ। ਅਸੀਂ ਇੱਕ ਬਿਆਨ ਨਹੀਂ ਦੇ ਸਕਦੇ ਆਪਣੀ ਮਰਜ਼ੀ ਨਾਲ, ਇਹ ਹਾਲ ਹੋ ਗਿਆ। ਇੱਕ ਬਾਦਲ ਦਲ ਆਪਦੇ ਐਸਾ ਸਿਧਾਂਤਾਂ ਟੁੱਟਿਆ। ਹੁਣ ਦੇਖੋ ਜਿਹੜੇ ਕਿਤੇ ਮਾਰੀ ਜਾਂਦੇ ਨੇ, ਰੋਜ਼ ਸੁਣਦੇ ਅੱਜ ਛੱਤ ਪੂਰੇ ਤੇ ਗਏ, ਅੱਜ ਫਲਾਣੇ ਮੰਦਰ ਗਏ, ਅੱਜ ਫਲਾਣੇ ਮੰਦਰ ਗਏ। ਕਿਉਂ? ਮੈਂ ਨਹੀਂ ਕਹਿੰਦਾ ਮਾੜਾ ਹੈ, ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ। ਪੋਲੀਟੀਕਲ ਬੰਦਾ
ਦਿਖਾਵਾ ਨਹੀਂ। 5 ਸਾਲ ਕਿਸੇ ਗਰੀਬ ਦੇ ਆਪਣੇ ਬਥੇਰੇ ਵਰਕਰ ਨੇ ਹਿੰਦੂ, ਕਿਸੇ ਦੇ ਕੋਈ ਜਾਗਰਣ ਹੋਵੇ, ਕਿਸੇ ਦੇ ਘਰੇ ਪੂਜਾ ਹੋਵੇ, ਕਿਸੇ ਆਪਣੇ ਸ਼ਹਿਰ ਦੇ ਮੰਦਰ 'ਚ ਕੋਈ ਮੱਥਾ ਟੇਕਣ ਜਾਵੇ, ਕਿਸੇ ਦੇ ਦੀ ਗੱਲ ਸਮਝ ਆਉਂਦੀ ਹੈ। ਅੱਜ ਉਹਨਾਂ ਵੇਲੇ ਜਾ ਕੇ ਉਹਨੇ ਦਿਖਾਵਾ ਕਰਦੇ ਫਿਰਦੇ। ਕਿਉਂ? ਤੁਹਾਨੂੰ ਪਤਾ ਹੈ ਕਿ ਨਾ ਸਾਡੇ ਨਾਲ ਕਿਸਾਨ ਹੈ, ਨਾ ਸਾਡੇ ਨਾਲ ਸਿੱਖ ਹੈ, ਨਾ ਪੰਥਕ ਲੋਕ ਸਾਡੇ ਨਾਲ ਨੇ। ਅਸੀਂ ਜਿਵੇਂ ਮਰਜ਼ੀ ਸਰਕਾਰ ਬਣ ਕੇ ਸਾਡੀ ਜਿਵੇਂ ਮਰਜ਼ੀ ਵੋਟਾਂ ਸਮੇਟ ਲਈਏ, ਹੋਰ ਸਭ ਕੁਝ ਨਹੀਂ ਚਾਹੀਦਾ। ਤੇ ਸਰਕਾਰ ਬਣ ਕੇ ਕਰਨਾ ਕੀ ਹੈ? ਇਹ ਕੋਈ ਵਿਜ਼ਨ ਨਹੀਂ। ਤੁਸੀਂ ਦੇਖੋ ਜਿਹੜੇ ਐਲਾਨ ਕੀਤੇ ਉਹਨਾਂ ਦੇ ਵਿੱਚੋਂ ਇੱਕ ਵੀ ਪੂਰਾ ਕਰਨ ਜੋਗਾ ਨਹੀਂ ਹੈ। ਮੈਂ ਦਾਅਵੇ ਨਾਲ ਕਹਿਣਾ, ਹੋਰ ਪਾਰਟੀਆਂ ਨੇ ਆਮ ਆਦਮੀ ਨੇ ਕਹਿ ਕੇ ਸੋਚੋ ਮਾਫ ਕਰਾਂਗੇ, ਤੁਸੀਂ ਹਿਸਾਬ ਹੀ ਲਾ ਸਕਦਾ। ਪਹਿਲਾਂ ਬਿਜਲੀ 9 ਰੁਪਏ ਤੱਕ ਸੀ ਨਾ, ਚਲੋ ਮੈਂ ਕਹਿੰਦਾ 6 ਰੁਪਏ ਨੂੰ ਵੀ ਲਾ ਲਓ, ਹੁਣ ਸਸਤੀ ਹੋ ਗਈ, ਇਹ ਵੀ ਬੜਾ ਚੰਗੀ ਰਹਿਣੀ। ਚਲੋ 6 ਰੁਪਏ ਨੂੰ ਲਾਣਾ ਤੇ 300 ਯੂਨਿਟ ਹਰ ਘਰ ਨੂੰ ਦੇਣੀ ਹੈ, ਜਿਹੜੀ ਆਮ ਆਦਮੀ ਕਹਿੰਦੀ ਹੈ। ਤਾਂ ਕਿੰਨੀ ਬਣ ਗਈ? 59 ਲੱਖ ਜਿਹੜਾ ਪਰਿਵਾਰ ਹੈ ਪੰਜਾਬ ਦੇ 59 ਲੱਖ ਕਨੈਕਸ਼ਨ ਹੈ। ਤਾਂ ਸਾਲ ਦਾ ਮਹੀਨੇ ਦਾ 1600 ਕਰੋੜ ਹੋ ਗਿਆ, ਤੇ ਸਾਲ ਦਾ ਕਿੰਨਾ ਬਣ ਗਿਆ? ਤਕਰੀਬਨ 18-20 ਹਜ਼ਾਰ ਕਰੋੜ ਰੁਪਏ ਬਣ ਗਿਆ। 5000 ਕਰੋੜ ਤਾਂ ਸਬਸਿਡੀ ਦਿੱਤੀ ਨਹੀਂ ਜਾਂਦੀ ਖੇਤੀਬਾੜੀ ਵਾਲੀ, ਕਿੱਥੋਂ ਦੇਵੋਗੇ ਤੁਸੀਂ? ਸੁਖਬੀਰ ਸਿੰਘ ਬਾਦਲ ਕਹਿੰਦਾ ਮੈਂ 400 ਯੂਨਿਟ ਮਾਫ ਕਰੂੰਗਾ। 400 ਯੂਨਿਟ ਕਿੰਨਾ ਬਣ ਗਿਆ? 2200 ਕਰੋੜ ਰੁਪਇਆ ਮਹੀਨੇ ਦਾ। ਤੇ ਲਿਆਓਗੇ ਕਿੱਥੋਂ? ਕਿਉਂ ਲੋਕਾਂ ਨੂੰ ਤੁਸੀਂ ਗੁੰਮਰਾਹ ਕਰਦੇ ਹੋ? ਕੁਝ ਬੋਲਦੇ ਹੋ ਸਿਰਫ ਸੱਤਾ ਵਾਸਤੇ। ਕਹਿੰਦੇ 10 ਰੁਪਏ ਡੀਜ਼ਲ ਮੈਂ ਸਸਤਾ ਕਰ ਦੂੰ ਕਿਸਾਨੀ ਨੂੰ। ਇਹ ਗੱਲਾਂ ਤੁਹਾਨੂੰ ਲੋਕ ਵੀ ਚਾਹੁੰਦੇ, ਲੋਕ ਚਾਹੁੰਦੇ ਆ ਵੀ ਸਾਡੇ ਭਵਿੱਖ ਦੀ ਗੱਲ ਕਰੋ, ਸਾਡੇ ਬੱਚਿਆਂ ਨੂੰ ਇੱਕ ਐਸਾ ਰਸਤਾ ਆਪਾਂ ਦੇਈਏ ਜਿਹਦੇ ਨਾਲ ਪੰਜਾਬ ਅੱਗੇ ਵਧੇ, ਨਾ ਕਿ ਆਪਾਂ ਪੰਜਾਬ ਦੇ ਲੋਕਾਂ ਨੂੰ ਨਿਰਭਰ ਕਰ ਦਈਏ। ਅੱਜ ਗਰੀਬ ਨੂੰ ਲੋੜ ਨਹੀਂ ਹੈ। ਜਿਹੜਾ ਬੰਦਾ ਮਿਹਨਤ ਕਰਦਾ ਹੈ, ਜੇ ਬੰਦੇ ਨੂੰ 30 ਦਿਨ ਕੰਮ ਕਰਕੇ ਵੀ ਆਪਣੀ ਰੋਟੀ ਨਹੀਂ ਜੋੜ ਸਕਦਾ, ਤਾਂ ਫਿਰ ਸਰਕਾਰਾਂ ਦੀ ਗਲਤੀ ਹੈ। ਉੱਥੇ ਕੀ ਕਰੋ? ਅਸੀਂ ਮੈਨੀਫੈਸਟੋ ਦੇ ਵਿੱਚ ਪਾਇਆ ਹੈ ਕਿ ਅਸੀਂ ਮਿਨੀਮਮ ਵੇਜ ਪੰਜਾਬ ਦਾ ਘੱਟੋ ਘੱਟ ਮੁੱਲ ਜਿਹੜਾ ਮਿਹਨਤਾਨਾ ਜਿਹੜਾ ਮਿਲਦਾ ਮਿਨੀਮਮ ਵੇਜ ਇਸ ਤੋਂ ਘੱਟ ਜਿਹੜਾ ਹੈ ਉਹਦੀ ਲੇਬਰ ਨਹੀਂ ਹੋਊਗੀ। ਅੱਜ ਹੈ 9200 ਰੁਪਇਆ। ਅਸੀਂ ਕਹਿੰਦੇ 15000 ਘੱਟੋ ਘੱਟ ਹੋਣਾ ਚਾਹੀਦਾ। ਜੇ 15000 ਕਿਸੇ ਗਰੀਬ ਨੇ ਮਿਹਨਤ ਕਰਦਾ 15000 ਰੁਪਏ ਸਾਲ ਆਉਂਦੇ ਮਹੀਨੇ ਦਾ, ਤਾਂ ਘੱਟੋ ਘੱਟ ਛੋਟੇ ਮੁਫਤਵਾਰ ਨਹੀਂ ਝਗੜਾ ਪੈਣਾ ਉਹਨੂੰ। ਇਸੇ ਤਰ੍ਹਾਂ ਇਹ ਸੋਚ ਬਾਹਰ ਦੇ ਦੇਸ਼ਾਂ 'ਚ ਕਿਉਂ ਤਰੱਕੀ ਹੈ? ਉੱਥੇ ਮਿਨੀਮਮ ਵੇਜ ਐਕਟ ਲੱਗੇ ਹੋਏ ਕਿ ਇਹ ਤੋਂ ਘੱਟ ਕੋਈ ਤਨਖਾਹ ਨਹੀਂ ਕਿਸੇ ਨੂੰ ਦੇ ਸਕਦਾ। ਹੁਣ ਤਾਂ ਉਹਨੇ ਤਾਂ ਬਹੁਤ ਬੜੇ ਬੜੇ ਲਿਖੇ ਨੇ, ਤੁਸੀਂ ਆਖਰ 7-7 ਹਜ਼ਾਰ ਰੁਪਏ ਨੇ ਤੁਸੀਂ ਸਰਕਾਰ ਦੇ ਜਿਹੜੇ ਕੰਟਰੈਕਟ ਵਾਲੇ ਨੇ ਠੇਕੇ ਦੇ ਸਾਰੇ 7-7 ਹਜ਼ਾਰ ਰੁਪਏ ਕਰਦੇ ਨੇ, ਵਿਚਾਰੇ ਕਿੱਥੋਂ ਆਪਣੇ ਜਵਾਬ ਪਾਣਗੇ? ਤੇ ਫਿਰ ਨਿਰਾਸ਼ਾ ਹੁੰਦੀ, ਉਹ ਬਾਹਰ ਨੂੰ ਭੱਜਦੇ। ਕੋਈ ਕੱਲਾ ਹਿੰਦੁਸਤਾਨ ਨਵੀਂ ਗੱਲ ਨਹੀਂ ਹੈ ਜਿਹੜੇ ਅਸੀਂ ਕਹਿੰਦੇ ਕਿ ਹੁਣ ਰਾਜਾ ਕਰਾਂਗੇ। ਤੁਸੀਂ ਕੇਰਲਾ ਚਲੇ ਜਾਓ, ਕੇਰਲਾ ਸੂਬਾ ਪੰਜਾਬ ਦੇਸ਼ ਦਾ ਸਭ ਤੋਂ ਲਾਭਵਾਨ ਸੂਬਾ, ਜਿੱਥੇ ਸਭ ਤੋਂ ਵੱਧ ਐਜੂਕੇਸ਼ਨ ਹੈ, ਸਭ ਤੋਂ ਘੱਟ ਗਰੀਬੀ ਹੈ, ਪੰਜਾਬ ਨਾਲੋਂ ਵੀ ਘੱਟ ਗਰੀਬੀ ਹੈ। ਉੱਥੇ 15000 ਰੁਪਇਆ ਮਿਨੀਮਮ ਵੇਜ ਹੈ। ਉਹ ਵੀ ਦੇ ਸਕਦੇ, ਕਿਉਂ ਨਹੀਂ ਪੰਜਾਬ ਚ ਹੋ ਸਕਦਾ? ਕਿਉਂਕਿ ਇਹਨੂੰ ਇਹ ਵੀ ਗਰੀਬਾਂ ਨੂੰ ਆਪਣੇ ਤੇ ਨਿਰਭਰ ਰੱਖੋ ਕਿ ਸਾਡੇ ਤੋਂ ਮੰਗਣ ਤੇ ਅਸੀਂ ਕਹੀਏ ਕਿ ਅਸੀਂ ਆਹ ਦੇਤਾ। ਇਹ ਨਹੀਂ ਵੀ ਉਹ ਵਿਚਾਰਾ ਮਿਹਨਤ ਕਰਦਾ, ਜਿਹੜਾ ਆਪਣਾ ਪਸੀਨਾ ਬਹਾਉਂਦਾ ਹੈ, ਉਹਨੂੰ ਆਪਦੇ ਹੀ ਉਹਦੀ ਮਿਹਨਤ ਦਾ ਮੁੱਲ ਇੰਨਾ ਮਿਲੇ ਕਿ ਉਹ ਆਪਦਾ ਘਰ ਵੀ ਬਣਾ ਸਕੇ, ਆਪਦਾ ਜਾਣ ਵਾਲੇ ਸਾਧਨ ਵੀ ਕਰ ਸਕੇ ਤੇ ਬੱਚਿਆਂ ਨੂੰ ਵੀ ਪੜ੍ਹਾ ਸਕੇ। ਇਹ ਸੋਚ ਹੋਣੀ ਚਾਹੀਦੀ। ਅਸੀਂ ਇਹ ਵੀ ਰੱਖਿਆ ਵੀ ਅਗਲੇ ਜਿਹੜਾ ਹੈ 15000 ਕਰਾਂਗੇ ਤੇ ਨਾਲੇ ਅਗਲੇ ਜਿਹੜਾ ਹੈ 5 ਸਾਲਾਂ ਤੱਕ 18000 ਰੁਪਇਆ ਉਹ ਜਿਹੜਾ ਹੈ ਮਿਨੀਮਮ ਵੇਜ ਪੰਜਾਬ ਦਾ ਹੋਏਗਾ। ਇਸੇ ਤਰ੍ਹਾਂ ਛੋਟੇ ਕਿਸਾਨਾਂ ਨੂੰ ਅੱਜ ਜਿਹਦੇ ਦਾ ਮੋਟਰ ਹੈ ਉਹਦਾ ਸਬਸਿਡੀ ਮਿਲਦੀ ਹੈ। ਛੋਟੇ ਕਿਸਾਨ ਕੋਲ ਤਾਂ ਮੋਟਰ ਹੀ ਨਹੀਂ ਹੈ, ਵਿਚਾਰੇ ਕੋਲ ਨਾ ਉਹ ਬੋਰ ਕਰਾ ਸਕਦਾ, ਉਹਨੂੰ ਕੋਈ ਫਾਇਦਾ ਨਹੀਂ ਸਰਕਾਰ ਦਾ। ਉਹਨਾਂ ਵੱਲ ਵੀ ਦੇਖੋ, ਵੱਡੇ ਕਿਸਾਨਾਂ ਨੂੰ ਛੱਡੋ, 10 ਕਿਲੋ ਕੁੱਤੇ ਵਾਲਾ ਫਿਰ ਵੀ ਆਪਦਾ ਕਰਦਾ। ਛੋਟੇ ਕਿਸਾਨ ਵੱਲ ਨੂੰ ਕੀ ਹੋਰ ਦਿੱਤਾ ਜਾ ਸਕਦਾ? ਕੀ ਉਹਦਾ ਫਾਇਦਾ ਕੀ ਸਕਦਾ? ਸਰਕਾਰ ਦਾ ਪੈਸਾ ਗਰੀਬ ਵੱਲ ਜਾਣਾ ਚਾਹੀਦਾ, ਲੋੜਵੰਦ ਵੱਲ ਲੱਗਣਾ ਚਾਹੀਦਾ। ਵੱਡਿਆਂ ਨੂੰ ਸਹੂਲਤਾਂ ਦਿਓ, ਉਹਨਾਂ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ ਉਹਦੇ ਕੰਮ ਵਿੱਚ। ਛੋਟਿਆਂ ਨੂੰ ਸਹੂਲਤਾਂ ਦਿਓ, ਤਾਂ ਸੂਬਾ ਅੱਗੇ ਵੱਧ ਸਕਦੇ, ਤਾਂ ਲੋਕ ਟਿਕਣਗੇ। ਅਸੀਂ ਤਾਂ ਆਪ ਹੀ ਸਾਰੇ ਜਿਹੜਾ ਹਾਲ ਹੋ ਗਈ ਵੀ ਮੁਨਾਫਾ ਸਾਰਾ ਸਾਡੀ ਲਿਖ ਜਾਵੇ, ਅਸੀਂ ਆਪ ਹੀ ਸਾਰੇ ਕਾਰੋਬਾਰ ਸਾਂਭੀਏ ਤੇ ਉਹਦੇ ਨਾਲ ਫਿਰ ਬਾਕੀਆਂ ਵਾਸਤੇ ਕੀ ਬਚ ਗਿਆ? ਸੋ ਮੈਨੀਫੈਸਟੋ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤਾ ਅਸੀਂ ਉਹ ਲੈ ਕੇ ਆਵਾਂਗੇ ਜਿਹੜਾ
ਲਾਗੂ ਵੀ ਹੋਊਗਾ, ਇਹ ਨਹੀਂ ਵੀ ਕੱਲੀਆਂ ਗੱਲਾਂ, ਤੇ ਨਾਲੇ ਉਹਦੇ ਤੇ ਲੋਕਾਂ ਨੂੰ ਵੀ ਪੰਜਾਬ ਦਾ ਘੱਟੋ ਘੱਟ ਅੱਗੇ ਆਉਣ ਵਾਲੇ 10 ਸਾਲ 20 ਸਾਲ ਦਾ ਸੋਚ ਕੇ ਜਿਹੜੀ ਸਰਕਾਰ ਕੰਮ ਕਰੇਗੀ ਉਹੀ ਕੰਮ ਕਰ ਸਕਦੀ ਹੈ। ਜੇ ਕੋਈ ਕੱਲ ਨੂੰ ਵੋਟਾਂ ਤੱਕ ਹੀ ਸੋਚੇ ਵੀ ਹਾਂ ਮੇਰੀ ਤਾਂ ਅਗਲੇ ਮਹੀਨੇ ਵੋਟਾਂ ਤੱਕ ਦਾ ਆਪਾਂ ਦਿਓ, ਆਪਾਂ ਨੂੰ ਵੋਟ ਦੇਣਾ ਮਰਜ਼ੀ ਪਹਿਲੇ ਬਾਅਦ ਤੱਕ ਨਹੀਂ ਦੇਖਿਆ, ਇਹਦੇ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪੰਜਾਬ ਅੱਜ ਇਸ ਵਿਚਾਰ ਤੱਕ ਖੜਾ ਹੋ ਗਿਆ। ਤੁਸੀਂ ਵੀ ਸਾਰੇ ਜਾਣਦੇ ਹੋ ਅੰਦਰ ਖਾਤੇ ਵੀ ਇਹ ਸਾਰਾ ਝੂਠ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਮਨ ਚ ਆ ਜਾਂਦੀ ਹੈ ਕਿ ਉਹਦਾ ਸ਼ਾਇਦ ਇਹ ਜਿਹੜਾ ਕਹਿੰਦੇ ਸੱਚੀ ਹੋ ਜਾਣਾ। ਅਮਰਿੰਦਰ ਸਿੰਘ ਨੇ ਕਿਹਾ ਸੀ ਸਾਰਾ ਕਰਨਾ ਮਾਫ ਕਰ, ਬਹੁਤੇ ਹੋ ਗਿਆ ਸੀ ਯਾਰ ਕੀ ਪਤਾ, ਵੈਸੇ ਤਾਂ ਕਿਸੇ ਨੂੰ ਮੰਨਣ ਨੂੰ ਆਉਂਦਾ ਨਹੀਂ ਸੀ ਬਾਤ, ਫਿਰ ਵੀ ਹੋ ਗਿਆ ਵੀ ਸ਼ਾਇਦ ਯਾਰ ਕਿਤੇ ਹੋ ਜਾਣਾ, ਫਿਰ ਆਪਣੀ ਇੱਕ ਵੋਟ ਦਾ ਕੀ ਫਰਕ ਪੈਂਦਾ। ਔਰ ਉਹ ਇੱਕ ਵੋਟ ਅੱਗੇ ਪਿੱਠ ਤੁਹਾਡਾ ਵੀ, ਤੁਹਾਡੇ ਸੂਬੇ ਦਾ ਵੀ, ਬੱਚਿਆਂ ਦਾ ਵੀ ਤੈਅ ਕਰਦੀ ਹੈ। ਤੋ ਇੱਕ ਉਸਾਰੂ ਸੋਚ, ਇੱਕ ਚੰਗੀ ਸੋਚ ਲੈ ਕੇ ਆਪਾਂ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ, ਚੰਗੇ ਲੋਕਾਂ ਨੂੰ ਜੋੜਨਾ, ਤਾਂ ਕਿ ਆਪਣੀ ਇੱਕ ਜਿਹੜੀ ਹੈ ਪਾਰਟੀ ਨਹੀਂ ਹੈ ਜਿਹੜੀ ਉਹ ਮਜ਼ਬੂਤ ਹੋਵੇ ਤੇ ਆਪਾਂ ਪੰਜਾਬ ਦੀ ਗੱਲ, ਪੰਜਾਬ ਦੇ ਭਵਿੱਖ ਦੀ ਗੱਲ ਜਿਹੜੀ ਇਹ ਕਰਨੀ ਹੈ। ਮੈਂ ਫਿਰ ਇੱਕ ਗੱਲ ਕਹਿ ਸਕਦਾ ਵੀ ਔਲਖ ਸਾਹਿਬ ਨੇ ਇਹ ਹਾਲਾਂਕਿ ਇੰਨੇ ਜ਼ੋਰ ਦੇ ਬਾਵਜੂਦ ਵੀ ਕੰਮ ਦੇ ਇਹ ਪ੍ਰੋਗਰਾਮ ਰੱਖਿਆ, ਤੇ ਇੰਨਾ ਮੈਨੂੰ ਪੂਰਾ ਵਿਸ਼ਵਾਸ ਆ, ਮੈਂ ਕਹਿ ਸਕਦਾ ਇਸ ਇਲਾਕੇ ਦੀ ਸੇਵਾ ਲਈ ਇਹਨਾਂ ਨਾਲੋਂ ਵਧੀਆ ਕੋਈ ਬੰਦਾ ਨਹੀਂ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਤਕਰੀਬਨ, ਮੈਨੂੰ ਵੀ ਹੁਣ 20-25 ਸਾਲ ਹੋ ਗਏ ਇਲੈਕਸ਼ਨ ਲੜਦੇ, ਹਰ ਬੰਦੇ ਨੂੰ ਤੁਸੀਂ ਜਾਣਦੇ ਹੋ, ਸਾਰੇ ਪਾਰਟੀਆਂ ਦੇ ਲੋਕਾਂ ਨਾਲ ਥੋੜਾ ਸੰਪਰਕ ਹੁੰਦਾ ਹੈ, ਤੁਸੀਂ ਦੇਖਦੇ ਹੋ ਹਰ ਬੰਦੇ ਦਾ ਕਿਰਦਾਰ ਦੇਖਦੇ ਹੋ, ਹਰ ਬੰਦੇ ਦੀ ਸੋਚ ਦੇਖਦੇ ਹੋ। ਮੈਂ ਇਸ ਕਰਕੇ ਨਹੀਂ ਸਾਡੇ ਨਾਲ ਪਾਰਟੀ, ਸਾਨੂੰ ਇਸ ਗੱਲ ਦਾ ਮਾਣ ਹੈ ਵੀ ਚੰਗੇ ਬੰਦੇ ਸਾਡੇ ਨਾਲ ਜੁੜੇ ਨੇ। 10 ਮਾੜੇ ਬੰਦੇ ਜੋੜਨ ਨਾਲੋਂ ਤਾਂ ਇੱਕ ਵਧੀਆ ਬੰਦਾ ਜਾਂ 2 ਵਧੀਆ ਬੰਦੇ ਜੋੜਨ ਉਹ ਲੰਬੇ ਸਮੇਂ ਦੀ ਪਾਰਟੀ ਨਾਲ ਵਧੀਆ ਹੁੰਦਾ ਹੈ। ਸੋ ਐਸੇ ਚੰਗੇ ਨੇਕ ਇਨਸਾਨ ਜਿਹੜੇ ਨੇ ਇਹ ਤੁਹਾਡੀ ਇੱਥੇ ਸੇਵਾ ਕਰ ਰਹੇ ਨੇ, ਮੈਂ ਇਹ ਆਸ ਕਰਦਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਸੰਗਠਨ ਨੂੰ ਵੀ ਤੇ ਇਹਨਾਂ ਨੂੰ ਵੀ ਪੂਰਾ ਆਪਣਾ ਸਹਿਯੋਗ ਦੇਵੋਗੇ। ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਸਮਝ ਨਹੀਂ ਕਿ ਕੀ ਹੋ ਰਿਹਾ ਹੈ, ਕੀ ਹੋ ਰਿਹਾ ਹੈ, ਕੀ ਹੋਣਾ ਹੈ। ਆਖੀਰ ਦੇ ਵਿੱਚ ਲੋਕਾਂ ਨੇ ਜਿਹੜੀ ਪਾਰਟੀ ਚੰਗੀ ਸੋਚ ਅੱਗੇ ਦੇਊਗੀ, ਦੂਜਾ ਜਿਹੜਾ ਚੰਗੇ ਬੰਦੇ ਉਹਨਾਂ ਨੂੰ ਪਛਾਣਨਾ ਹੈ ਕਿ 117 ਚੰਗੇ ਬੰਦੇ ਹੋਣ ਪੰਜਾਬ ਦੇ ਵਿੱਚ, ਅਸੈਂਬਲੀ 'ਚ ਕੋਈ ਪੰਜਾਬ ਨੂੰ ਤਰੱਕੀ ਨਹੀਂ ਰੋਕ ਸਕਦਾ। ਚੰਗੇ ਬੰਦਿਆਂ ਦੀ ਪਛਾਣ ਤੁਸੀਂ ਨਹੀਂ ਕਰਨੀ, ਤੁਸੀਂ ਲੋਕਾਂ ਤੱਕ ਮੈਸੇਜ ਲੈ ਕੇ ਜਾਣਾ, ਤੁਸੀਂ ਉਸ ਚੀਜ਼ ਨੂੰ ਘਰ ਘਰ ਤੱਕ ਪਹੁੰਚਾਉਣਾ। ਮੈਂ ਸਮਝਦਾ ਤੁਹਾਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਸ ਸਾਰੀ ਜੋ ਆਪਣੀ ਇੱਕ ਜਿਹੜਾ ਆਪਾਂ ਗੱਲਾਂ ਕੀਤੀਆਂ ਉਹਨਾਂ ਨੂੰ ਜੇ ਆਪਾਂ ਸਮਝਣਾ ਹੈ ਤਾਂ ਫਿਰ ਆਪਾਂ ਸਾਰਿਆਂ ਨੂੰ ਇੰਨਾ ਮੁਹੱਈਆ ਕਰਨਾ ਪਊਗਾ ਵੀ ਅਸੀਂ ਵੱਧ ਤੋਂ ਵੱਧ ਸਮਾਂ ਆਪਾਂ ਕੱਢੀਏ। 2 ਮਹੀਨੇ ਰਹਿ ਗਏ ਨੇ, ਕੋਈ ਬੜਾ ਸਮਾਂ ਨਹੀਂ, ਤੇ ਮਹੀਨਾ ਦਾ ਮੈਨੂੰ ਲੱਗਦਾ ਐ ਕੰਮ ਜਾਂਦਾ ਪਤਾ ਨਹੀਂ ਚੱਲਦਾ, ਜਿਵੇਂ ਕੱਲ ਚੜਿਆ ਹੋਵੇ ਸਾਲ ਹੀ। ਮੈਂ ਤਾਂ ਕੱਲ ਦੇਖ ਪਰਸੋਂ ਮੈਂ ਗੱਲ ਕਰ ਰਿਹਾ ਸੀ ਕਿਸੇ ਗੱਲ ਤੇ ਦੀਵਾਲੀ ਆਈ, ਮੈਂ ਯਾਰ ਤਾਂ ਸਾਲ ਮੁੱਕਣ ਵਾਲਾ ਹੋ ਗਿਆ, ਇਹਨੂੰ ਪਤਾ ਚੱਲਿਆ ਵੀ ਗੱਲ ਚੜਿਆ ਸੀ। ਸੋ ਸਮਾਂ ਬੜਾ ਥੋੜਾ ਹੈ। ਮੈਂ ਹੁਣ ਇਹ ਆਸ ਕਰਦਾ ਵੀ ਤੁਸੀਂ ਸਾਰੇ ਹੀ ਇੱਥੇ ਇੱਕ ਸਾਨੂੰ ਅਸ਼ੀਰਵਾਦ ਵੀ ਦਿਓਗੇ, ਸਾਨੂੰ ਸਹਿਯੋਗ ਵੀ ਦਿਓਗੇ, ਤੇ ਪਾਰਟੀ ਦਾ ਮੈਸੇਜ ਜਿਹੜਾ ਹੈ ਉਹ ਤੁਸੀਂ ਘਰ ਘਰ ਪਹੁੰਚਾਓਗੇ। ਤੇ ਮੈਂ ਇੱਕ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਕੋਈ ਸਾਡੀ ਪਾਰਟੀ ਨਾ ਗੁੰਮਰਾਹ ਕੋਈ ਗੱਲ ਕਰੇਗੀ, ਕਦੇ ਵੀ ਤੁਹਾਨੂੰ ਜਿਹੜਾ ਹੈ ਅਸੀਂ ਗੱਲ ਦਾ ਮੌਕਾ ਨਹੀਂ ਦੇਵਾਂਗੇ ਵੀ ਤੁਹਾਨੂੰ ਕਿਸੇ ਪਾਸੇ ਦਾ ਕੋਈ ਲਾਂਭਾ ਹੋਵੇ ਨਹੀਂ। ਅੱਜ ਤੁਸੀਂ ਦੇਖ ਲਓ ਹਾਲਾਤ ਕੀ ਨੇ, ਤੁਸੀਂ ਆਪਣੇ ਆਲੇ ਦੁਆਲੇ ਝਾਕ ਲਓ, ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਇੱਕ ਗੱਲ ਦਾ ਤੁਹਾਨੂੰ ਅਸੀਂ ਵਾਅਦੇ ਨਾਲ ਕਹਿੰਦੇ ਹਾਂ ਵੀ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਸੰਗਠਨ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਐਸਾ ਨਹੀਂ ਮੌਕਾ ਦੇਗੀ ਵੀ ਤੁਹਾਨੂੰ ਜਿਹੜਾ ਹੈ ਮੂੰਹ ਪਾਸੇ ਕਰਕੇ ਰਹਿਣਾ ਪਵੇ। ਨਹੀਂ, ਜਦ ਪਿਛਲੀ ਹਾਲਾਤ ਇਹ ਹੋ ਗਏ ਸੀ ਵੀ ਜਿਹੜੇ ਬਾਦਲ ਦਲ ਦੇ ਅਕਾਲੀ ਦਲ ਦੇ ਵਰਕਰ ਸੀ ਉਹ ਮੂੰਹ ਲੁਕੋ ਕੇ ਵਿੱਚ ਪਾਸੇ ਨੂੰ ਲੰਘਦੇ ਹੁੰਦੇ ਸੀ, ਪਿੰਡਾਂ 'ਚ ਇਹ ਹਾਲਾਤ ਹੋ ਗਏ। ਐਸਾ ਮੈਂ ਸਮਝਦਾ ਬੰਦਾ ਚਾਹੇ ਤੁਸੀਂ ਸੱਤਾ ਜੋ ਨਾ ਹੋ, ਜੇ ਤੁਸੀਂ ਸਿਰ ਉੱਚਾ ਕਰਕੇ ਲੰਘ ਸਕਦੇ ਹੋ, ਤੁਰ ਸਕਦੇ ਹੋ, ਜਾ ਸਕਦੇ ਹੋ, ਇਹੀ ਸਭ ਤੋਂ ਵੱਡੀ ਮੈਂ ਸਮਝਦਾ ਤੁਹਾਡੀ ਖੁਸ਼ਕਿਸਮਤੀ ਹੈ ਜਾਂ ਆਪਣੇ ਭਾਗ ਆਪਾਂ ਕਹਿ ਸਕਦੇ ਹਾਂ। ਇਹੀ ਮੈਂ ਇੰਨੀ ਸ਼ਬਦਾਂ ਦੇ ਨਾਲ ਫਿਰ ਥੋੜਾ ਸਾਰਿਆਂ ਦਾ, ਤੇ ਸਾਰੇ ਸਾਡੇ
ਆਗੂ ਸਾਹਿਬਾਨ ਆਏ ਨੇ, ਸਾਡੀ ਯੂਥ ਵਿੰਗ ਦੇ ਜਿਹੜੇ ਆਗੂ ਨੇ ਪੰਜਾਬ ਦੇ ਪ੍ਰਧਾਨ, ਉਹ ਬੜੇ ਇਹ ਨੌਜਵਾਨਾਂ ਦੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਨਵਿਆਂ ਨੂੰ ਮੌਕਾ ਜਿਹੜਾ ਯੂਥ ਵਿੰਗ ਵੀ, ਚਾਹੇ ਜੀਵਾ ਮਹਿਕਪ੍ਰੀਤ ਕੌਰ ਹੈ, ਇਹ ਵੀ ਨਵੇਂ ਆਏ ਨੇ ਸਿਆਸਤ ਦੇ ਵਿੱਚ, ਇਹਦਾ ਕੋਈ ਲੇਖਾ ਦੇਗਾ ਨਹੀਂ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਤਲਵੰਡੀ, ਇਹਦਾ ਵੀ ਕੋਈ ਸਿਆਸਤ ਨਾਲ ਨਹੀਂ। ਅਸੀਂ ਨਵੇਂ ਜਿਹੜੇ ਮੁੰਡੇ ਜਿਹੜੇ ਮਿਹਨਤ ਕਰਨ ਦਾ, ਅੱਗੇ ਵਧਣ ਦਾ ਸ਼ੌਕ ਰੱਖਦੇ ਨੇ, ਉਹਨਾਂ ਨੂੰ ਅਸੀਂ ਕਰ ਰਹੇ ਹਾਂ। ਇਸੇ ਤਰ੍ਹਾਂ ਤੁਹਾਡੇ ਵੀ ਚਾਹੇ ਦਿੱਤੀ ਹੈ, ਚਾਹੇ ਆਪਣੇ ਢਿੱਲੋਂ ਸਾਹਿਬ ਨੇ, ਸਾਰੇ ਨੌਜਵਾਨ ਮੁੰਡੇ ਇਹ ਮਿਹਨਤ ਕਰਕੇ ਤੁਸੀਂ ਸਾਡੇ ਅੱਗੇ ਭਵਿੱਖ ਥੋੜਾ ਹੈ, ਤੁਸੀਂ ਪੰਜਾਬ ਦਾ ਇਹਨੂੰ ਅੱਗੇ ਲੈ ਕੇ ਜਾਣਾ ਹੈ। ਇਹ ਵਾਗਡੋਰ ਵੀ ਤੁਸੀਂ ਸਮਝਦੇ, ਸੋ ਆਪਾਂ ਸਾਰੇ ਰਲ ਕੇ ਜਿਹੜਾ ਹਮਲਾ ਮਾਰੀਏ। ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਬਾਕੀ ਕੋਈ ਗਲਤ ਕਿਸੇ ਦੇ ਸਨਮਾਨ ਦੇ ਕੋਈ ਗੱਲ ਨਹੀਂ ਹੋਈ ਹੋਵੇ ਤੇ ਮੈਂ ਮਾਫੀ ਚਾਹੁੰਦਾ, ਕਿਸੇ ਨੂੰ ਚੰਗੀ ਨਾ ਲੱਗੀ ਹੋਵੇ। ਬਾਕੀ ਤੁਹਾਡਾ ਸਾਰਿਆਂ ਦਾ ਫਿਰ ਮੈਂ ਇੱਥੇ ਆਉਣ ਤੇ ਧੰਨਵਾਦ ਕਰਦਾ ਤੇ ਵਿਸ਼ੇਸ਼ ਧੰਨਵਾਦ ਮਾਨਸਾ ਹਲਕੇ ਦੀ ਸਾਰੀ ਟੀਮ ਦਾ, ਔਲਖ ਸਾਹਿਬ, ਸਾਡੇ ਵੀਰ, ਮੈਂ ਨਾਂ ਲੈ ਗਿਆ ਲਲਿਤ ਜੀ, ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ ਬੜੇ ਲੰਬੇ ਸਮੇਂ ਤੋਂ, ਹੋਰ ਸਾਰੇ ਪੱਕੀਵਾਲ ਸਾਹਿਬ, ਸਾਰਿਆਂ ਦਾ ਹੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਤੁਸੀਂ ਅੱਜ ਇਹ ਪ੍ਰੋਗਰਾਮ ਕਰਾਇਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ